ਪਾਰਟੀਆਂ ਬਹੁਤ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਬੜੇ ਲੈਕਚਰਬਾਜ਼ੀਆਂ ਕਰ ਰਹੀ ਆ ਤੇ ਸਭ ਤੋਂ ਵੱਧ ਜੇ ਕੋਈ ਨਾਪਾਕ ਪੰਜਾਬ ਦੇ ਵਿੱਚ ਗੱਠ ਜੋੜ ਹੈ ਤੇ ਉਹ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦਾ। ਤੇ ਇਸ ਕਰਕੇ ਜਿਹੜੇ ਝੂਠ ਤੇ ਵਧੀਆ ਲੈਕਚਰ ਕਰਦੇ ਉਹ ਲੈਕਚਰ ਨਾ ਸੁਣੋ। ਆਪਣਾ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ 25 ਸਾਲ ਰਾਜ ਕਰਕੇ ਤੇ ਅੱਜ ਜੇ ਕੋਈ ਗੱਲ ਕਰਦਾ ਤੇ ਵਾਕਿਆ ਬੜਾ ਅਫਸੋਸ ਹੁੰਦਾ। ਐਰਕਾਂ ਦੇ ਸੈਸ਼ਨ 'ਚ ਮੈਂ ਲੈ ਕੇ ਆਉਣਾ ਕਿ ਸਰਦਾਰ ਬਾਦਲ ਸਾਹਿਬ ਨੇ ਕੈਦ ਕਿੰਨੀ ਕੁ ਕੱਟੀ ਹੈ ਵੀ ਤੁਹਾਨੂੰ ਮੈਂ ਦੱਸ ਦੇਣਾ। ਜਿਹੜੇ ਪੁਰਾਣੇ ਕਹਿੰਦੇ ਨੇ ਅਕਾਲੀ ਦਲ ਦਾ ਬਾਦਲ ਦੀ ਕੁਰਬਾਨੀ ਬੜੀ ਹੈ, ਤੁਹਾਨੂੰ ਪਤਾ ਲੱਗ ਜੂ ਬਹੁਤ ਵੱਡੇ ਬਾਦਲ ਸਾਹਿਬ ਨੇ ਕਿੰਨੀ ਕੁ ਕੈਦ ਕੱਟੀ ਹੈ। ਉਹ ਜਿਹੜਾ ਗੁਰੂ ਨੂੰ ਲੁੱਟ ਕੇ ਖਾ ਗਿਆ ਉਹ ਤੁਹਾਨੂੰ ਸਾਨੂੰ ਕਿਉਂ ਨਹੀਂ ਲੁੱਟੇਗਾ। ਇਹਨਾਂ ਠੱਗਾਂ ਕੋਲੋਂ ਪੰਜਾਬ ਬਚਾਉਣਾ ਆਪਾਂ ਸਾਰਿਆਂ ਰਲ ਕੇ। ਇੱਕ ਬੇਨਤੀ ਕਰਨੀ ਚਾਹੁੰਦਾ ਆਪਣੇ ਪੁਲਿਸ ਡਿਪਾਰਟਮੈਂਟ ਨੂੰ ਵੀ, ਚੰਨੀ ਜੀ ਤੁਹਾਡੇ ਬੜੇ ਕਲੀਅਰ ਕੱਟ ਆਰਡਰਸ ਨੇ। ਕੋਈ ਲੀਡਰ, ਕੋਈ ਪੁਲਿਸ ਵਾਲਾ, ਕੋਈ ਗੈਂਗਸਟਰ, ਕੋਈ ਨਸ਼ਾ ਵੇਚਣ ਵਾਲਾ ਜੇ ਸਾਨੂੰ ਪਤਾ ਲੱਗ ਗਿਆ ਤਾਂ ਉਹਨੂੰ ਬਖਸ਼ਿਆ ਨਹੀਂ ਜਾਏਗਾ। ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਜੀ, ਮੇਰੀ ਭੈਣ ਅਰੁਣਾ ਚੌਧਰੀ ਜੀ, ਫਤਿਹ ਜੰਗ ਬਾਜਵਾ ਜੀ, ਲਾਡੀ ਜੀ, ਭਲਾਈਪੁਰ ਸਾਹਿਬ, ਮੇਰੇ ਵੱਡੇ ਭਰਾ ਅਸ਼ੋਕ ਚੌਧਰੀ ਜੀ, ਅੱਜ ਦੀਨਾਨਗਰ ਆ ਕੇ ਪੁਰਾਣੀਆਂ ਯਾਦਾਂ ਜਿਹੜੀਆਂ ਨੇ ਬਹੁਤ ਸਾਲ ਪੁਰਾਣੀਆਂ ਵੱਡੇ ਰੰਧਾਵਾ ਸਾਹਿਬ ਤੋਂ ਲੈ ਕੇ ਚੌਧਰੀ ਜੈਮਨੀ ਸਾਹਿਬ ਜੀ ਦੀਆਂ, ਤੇ ਗੱਡੀ 'ਚ ਜਦੋਂ ਮੈਂ ਬੈਠਾ ਸੀ ਤੇ ਉਹੋ ਹੀ ਗੱਲ ਮੈਨੂੰ ਯਾਦ ਆਈ ਕਿ ਰੰਧਾਵਾ ਸਾਹਿਬ ਮਿਨਿਸਟਰ ਹੁੰਦੇ ਸੀ, ਚੌਧਰੀ ਸਾਹਿਬ MLA ਹੁੰਦੇ ਸੀ, ਤੇ ਇਸੇ ਤਰ੍ਹਾਂ ਹੀ ਗੱਡੀ 'ਚ ਬੈਠ ਕੇ ਜਿਵੇਂ ਚੰਨੀ ਜੀ ਦੇ ਨਾਲ ਅੱਜ ਮੇਰੀ ਭੈਣ ਮੰਤਰੀ ਬਣ ਕੇ ਤੇ ਮੈਂ ਦੋਨੋਂ ਹੀ ਅਸੀਂ ਪਰਿਵਾਰ ਮੰਤਰੀ ਬਣ ਕੇ ਜਦੋਂ ਗੱਡੀ 'ਚ ਬੈਠੇ ਹਾਂ ਤੇ ਮੇਰਾ ਖਿਆਲ ਆ ਕਿ ਜਿਹੜੇ ਪੁਰਾਣੇ ਸਾਡੇ ਬਜ਼ੁਰਗ ਨੇ ਜਿਹੜੇ ਹੁਣ ਵੀ ਨੇ, ਸਭ ਤੋਂ ਵੱਧ ਖੁਸ਼ੀ ਉਹਨਾਂ ਨੂੰ ਇਹ ਹੋਏਗੀ ਕਿ ਚੌਧਰੀ ਜੈਮੋਨੀ ਜੀ ਦੀ ਪਰਿਵਾਰ ਦੇ ਵਿੱਚ ਮਿਨਿਸਟਰ ਬਣ ਕੇ ਆਏ, ਉਹ ਵੀ ਰੈਵਨਿਊ ਮਿਨਿਸਟਰ ਬਣ ਕੇ। ਅੱਜ ਜਿਹੜੇ ਸਭ ਤੋਂ ਵੱਡਾ ਚੰਨੀ ਜੀ ਤੁਸੀਂ ਕੰਮ ਕੀਤਾ ਕਿ ਜਿਹੜਾ ਮੇਰਾ ਘਰ ਮੇਰੇ ਨਾਮ, ਤੇ ਵਾਕਿਆ ਹੀ ਪਿੰਡਾਂ ਦੇ ਵਿੱਚ ਸਭ ਤੋਂ ਜਿਹੜੀ ਲੜਾਈ ਦਾ ਕਾਰਨ ਸੀ ਉਹ ਅੱਜ ਅਸੀਂ ਖਤਮ ਕਰ ਦਿੱਤਾ। ਇਹ ਲੋਕਾਂ ਲਈ ਬਹੁਤ ਵੱਡਾ ਤੋਹਫਾ ਤੁਸੀਂ ਪੰਜਾਬ ਦੇ ਨੂੰ ਦੇ ਕੇ ਚੱਲੇ ਹੋ। ਪਾਰਟੀਆਂ ਬਹੁਤ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਬੜੇ ਲੈਕਚਰਬਾਜ਼ੀਆਂ ਕਰ ਰਹੀ ਆ ਤੇ ਸਭ ਤੋਂ ਵੱਧ ਜੇ ਕੋਈ ਨਾਪਾਕ ਪੰਜਾਬ ਦੇ ਵਿੱਚ ਗੱਠ ਜੋੜ ਹੈ ਤੇ ਉਹ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦਾ। ਅਕਾਲੀ ਦਲ ਬਹੁਜਨ ਸਮਾਜ ਪਾਰਟੀ ਇੱਕ ਕਮਿਊਨਲ ਲਾਈਨਾਂ ਤੇ ਖੜੀ ਆ। ਪਹਿਲਾਂ BJP ਅਕਾਲੀ ਦਲ ਦਾ ਸੀਗਾ ਤੇ ਹੁਣ ਇਹਨਾਂ ਨੇ ਬਹੁਜਨ ਸਮਾਜ ਪਾਰਟੀ ਨਾਲ ਕਰਕੇ ਤੇ ਅੱਜ BJP ਜਿਹੜੀ ਕਹਿੰਦੀ ਸੀ ਕਿ ਸਾਡਾ ਅਕਾਲੀ ਦਲ ਤੇ BJP ਕਹਿੰਦੇ ਸਾਡਾ 9 ਮਾਸ ਦਾ ਰਿਸ਼ਤਾ, ਇੱਕ ਇਹ ਰਿਸ਼ਤਾ ਨਹੀਂ ਸੀ, ਇਹ ਹਿੰਦੁਸਤਾਨ ਤੇ ਪੰਜਾਬ ਦੀ ਬਰਬਾਦੀ ਦਾ ਰਿਸ਼ਤਾ ਸੀਗਾ। ਅਸੀਂ ਆ ਬਾਰਡਰ ਤੇ ਬੈਠੇ ਹਾਂ। ਸਭ ਤੋਂ ਵੱਧ ਜੇ ਕਿਤੇ ਦੇਸ਼ ਭਗਤੀ ਦਾ ਜਜ਼ਬਾ ਹੈਗਾ ਤੇ ਉਹ ਸਾਡੇ ਬਾਰਡਰ ਵਾਲਿਆਂ ਦੇ ਵਿੱਚ ਹੈਗਾ। 65 ਦੀ ਲੜਾਈ ਲੜੀ, 71 ਦੀ ਲੜਾਈ ਲੜੀ, ਤੇ ਆ ਜਿਹੜੇ ਸਾਹਮਣੇ ਮੇਰੇ ਬੈਠੇ ਨੇ ਇਹਨਾਂ ਆਪਣੇ ਹਿੱਕ ਤੇ ਜਿਹੜੀ ਆ ਲੜਾਈ ਲੜੀ ਸੀ ਤੇ ਫੌਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਸੀ। ਤੇ ਸਾਨੂੰ ਜੇ ਕੋਈ ਅੱਜ ਇਹ ਕਵੇ ਸਾਡੀ ਕੋਈ ਦੇਸ਼ ਭਗਤੀ ਤੇ ਅੱਜ ਕੋਈ ਉਂਗਲ ਖੜੀ ਕਰਦਾ ਤੇ ਇਹ ਸਾਡੀ ਜਿਹੜੀ ਦੇਸ਼ ਭਗਤੀ ਆ ਇਹਨੂੰ ਵੰਗਾਰ ਰਹੀ ਹੈ ਹਿੰਦੁਸਤਾਨ ਦੀ ਗਵਰਨਮੈਂਟ। ਸਾਨੂੰ ਜਿਹੜੇ ਕਹਿ ਰਹੇ ਨੇ ਕਿ 50 ਕਿਲੋਮੀਟਰ ਤੱਕ ਇਹ ਜਿਹੜੇ BSF ਆ ਕਿਸੇ ਦੇ ਘਰ ਵੀ ਐਂਟਰ ਕਰ ਸਕਦੀ ਹੈ, ਕਿਸੇ ਦੇ ਕੇਸ ਬਣਾ ਸਕਦੀ ਹੈ, ਕਿਸੇ ਤੇ ਕੋਈ ਪਿੰਡ ਨੂੰ ਸਾਰੇ ਨੂੰ ਘੇਰਾ ਪਾ ਕੇ ਉਹਦੀ ਤਲਾਸ਼ੀ ਲੈ ਸਕਦੀ ਆ, ਇਹ ਕਦੀ ਪੰਜਾਬੀ ਬਰਦਾਸ਼ਤ ਨਹੀਂ ਕਰਨਗੇ। ਸਾਡੀ ਪੰਜਾਬ ਪੁਲਿਸ ਸਾਹਮਣੇ ਖੜੀ ਆ। ਮੈਂ ਕੇਂਦਰ ਦੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ JNK ਦੇ ਵਿੱਚ ਟੋਟੇ ਟੋਟੇ ਕਰ ਦਿੱਤੇ ਨੇ, ਕਿਤੇ ਤੁਸੀਂ ਬਣਾ ਦਿੱਤਾ ਉਹਨੂੰ ਡਿਊਟੀ ਬਣਾ ਦਿੱਤਾ, ਕਿਸੇ ਨੂੰ ਲੈਫਟੀਨੈਂਟ ਗਵਰਨਰ ਲਾ ਦਿੱਤਾ,
ਤੇ ਤੁਹਾਡੇ ਕੋਲ ਉੱਥੋਂ ਦਾ ਅੱਤਵਾਦ ਖਤਮ ਨਹੀਂ ਹੋਇਆ। ਤੇ ਇਹਨਾਂ ਪੰਜਾਬੀ ਜਿਹੜੀ ਸਾਹਮਣੇ ਮੇਰੀ ਫੋਰਸ ਖੜੀ ਆ, ਇਹਨਾਂ ਨੇ ਅੱਤਵਾਦ ਜਿਹੜਾ ਕਹਿੰਦੇ ਸੀ ਕਿ ਹਿੰਦੁਸਤਾਨ 'ਚੋਂ ਖਤਮ ਨਹੀਂ ਪੰਜਾਬ 'ਚ ਹੋ ਸਕਦਾ, ਇਹਨਾਂ ਜਵਾਨਾਂ ਨੇ ਅੱਤਵਾਦ ਪੰਜਾਬ ਦਾ ਖਤਮ ਕਰਕੇ ਸਭ ਤੋਂ ਸ਼ਾਂਤੀ ਵਾਲਾ ਸੂਬਾ ਬਣਾਇਆ ਤੇ ਪੰਜਾਬ ਇਹਨਾਂ ਜਵਾਨਾਂ ਨੇ ਬਣਾਇਆ। ਤੇ ਅੱਜ ਜੇ ਅਸੀਂ ਇਹ ਕਹੀਏ ਕਿ ਇਹਨਾਂ ਦੀ ਦੇਸ਼ ਭਗਤੀ ਤੇ ਉਂਗਲ ਕੋਈ ਖੜੀ ਕਰੇਗਾ, ਮੈਂ ਤੇ ਹੋਮ ਮਿਨਿਸਟਰ ਰਹਿੰਦਾ ਇਹਨਾਂ ਦੀ ਦੇਸ਼ ਭਗਤੀ ਤੇ ਉਂਗਲ ਖੜੀ ਨਹੀਂ ਹੋਣ ਦੇਵਾਂਗਾ। ਜੇ ਹਿੰਦੁਸਤਾਨ ਦੀ ਸਭ ਤੋਂ ਵਧੀਆ ਫੋਰਸ ਹੈਗੀ ਤੇ ਪੰਜਾਬ ਪੁਲਿਸ ਆ, ਔਰ ਪੰਜਾਬ ਪੁਲਿਸ ਜਿਹੜੀ ਡਟ ਕੇ ਜਿਹੜੀ ਲੋਕਾਂ ਦੇ ਨਾਲ ਖੜੀ ਆ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਆਪਣੇ ਪੁਲਿਸ ਡਿਪਾਰਟਮੈਂਟ ਨੂੰ ਵੀ, ਚੰਨੀ ਜੀ ਤੁਹਾਡੇ ਬੜੇ ਕਲੀਅਰ ਕੱਟ ਆਰਡਰਸ ਨੇ, ਕੋਈ ਲੀਡਰ, ਕੋਈ ਪੁਲਿਸ ਵਾਲਾ, ਕੋਈ ਗੈਂਗਸਟਰ, ਕੋਈ ਨਸ਼ਾ ਵੇਚਣ ਵਾਲਾ ਜੇ ਸਾਨੂੰ ਪਤਾ ਲੱਗ ਗਿਆ ਤਾਂ ਉਹਨੂੰ ਬਖਸ਼ਿਆ ਨਹੀਂ ਜਾਏਗਾ। ਉਸੇ ਹੀ ਥਾਣੇ 'ਚ ਜਾ ਕੇ ਉੱਥੇ ਹੀ ਪਰਚਾ ਦਿੱਤਾ ਜਾਏਗਾ। ਇਹ ਸਾਰੇ ਜਣੇ ਇੱਕ ਤੁਹਾਨੂੰ ਹੀ ਮੈਂ ਬੇਨਤੀ ਕਰਦਾ ਕਿ ਤਗੜੇ ਹੋ ਕੇ ਇਹ ਦੋ ਚੀਜ਼ਾਂ ਆਪਾਂ ਖਤਮ ਕਰਕੇ, ਪੰਜਾਬ ਦਾ ਨਸ਼ਾ ਖਤਮ ਕਰਕੇ ਤੇ ਪੰਜਾਬ ਦੀ ਜਵਾਨੀ ਬਾਜੂ। ਜਿਹੜਾ ਸਾਡੇ ਤੇ ਇਲਜ਼ਾਮ ਲੱਗਦਾ ਕਿ ਪੰਜਾਬ 'ਚ ਸਭ ਤੋਂ ਵੱਧ ਨਸ਼ਾ, ਮੈਂ ਚੈਲੰਜ ਕਰਦਾ ਗਵਰਨਮੈਂਟ ਆਫ ਇੰਡੀਆ ਨੂੰ, ਪੰਜਾਬ 'ਚ ਅਸੀਂ ਕਿਤੇ 2 ਕਿਲੋ 10 ਕਿਲੋ 15 ਕਿਲੋ 50 ਕਿਲੋ ਤੱਕ ਫੜੀ ਗਈ ਹੋਏਗੀ ਹੁਣ ਤੱਕ। ਤੇ ਜਦੋਂ ਬਾਹਰਲੇ ਜਿਹੜੀਆਂ ਪੋਰਟ ਨੇ ਕਿਦੋਂ 3000 ਕਿਲੋ ਫੜਦੇ ਨੇ, ਕਿਤੇ 250 ਕਿਲੋ ਫੜਦੇ ਨੇ, ਕਦੀ 500 ਕਿਲੋ ਫੜਦੇ ਨੇ। ਤੇ ਸਾਨੂੰ ਤੇ ਇਹਨਾਂ ਨੇ ਉੱਥੋਂ ਪੰਜਾਬ ਦੀ ਸਪਲਾਈ ਜਿਹੜੀ ਆ ਹਿੰਦੁਸਤਾਨ ਤੋਂ ਪੰਜਾਬ ਦੇ ਵਿੱਚ, ਸਾਨੂੰ ਬਾਕੀ ਜਿਹੜੇ ਸੂਬੇ ਨੇ ਇਹਨਾਂ ਤੇ ਵੀ ਚੈੱਕ ਰੱਖਣਾ ਪਏਗਾ। ਚੰਨੀ ਜੀ ਇਹਨਾਂ ਨੇ ਕਿਹਾ ਕਿ BSF 50 ਕਿਲੋਮੀਟਰ ਤੱਕ ਭੇਜਾਂਗੇ। BSF ਦਾ ਨਾਮ ਆ ਬਾਰਡਰ ਸਿਕਿਉਰਿਟੀ ਫੋਰਸ, ਤੇ ਸਿਰਫ ਬਾਰਡਰ ਨੂੰ ਉੱਥੇ ਲਾਉਣੀ ਫੋਰਸ। ਤੇ ਜਿਹੜੇ ਲਾਈਟਾਂ ਲੱਗੀਆਂ ਨੇ, ਫਲੱਡ ਲਾਈਟਸ ਲੱਗੀਆਂ ਨੇ, ਉੱਥੇ ਕੰਡੇਦਾਰ ਤਾਰ ਲੱਗੀ ਆ, ਤੇ ਰਾਤ ਨੂੰ ਜਾਈਏ ਕੀੜੀ ਤੱਕ ਦਿਸਦੀ ਆ। ਤੇ ਉੱਥੋਂ ਦੇ ਰੋਕ ਨਹੀਂ ਸਕੇ ਅੱਜ ਤੱਕ ਡਰੋਨ, ਉੱਥੋਂ ਰੋਕ ਨਹੀਂ ਸਕੇ ਜਿਹੜੀ ਉੱਥੇ ਹੈਰੋਇਨ ਆਉਂਦੀ ਆ, ਉੱਥੋਂ ਰੋਕ ਨਹੀਂ ਸਕੇ ਅੱਜ ਤੱਕ ਜਿਹੜਾ ਉੱਥੇ ਅਸਲਾ ਆਉਂਦਾ। ਸਭ ਤੋਂ ਪਹਿਲਾਂ ਤੁਸੀਂ ਉਸ ਦਿਨ ਕਿਹਾ, ਕਈਆਂ ਲੋਕਾਂ ਨੇ ਉਹਦੇ ਤੇ ਕਿੰਤੂ ਪਰੰਤੂ ਵੀ ਕੀਤਾ। ਮੈਂ ਅੱਜ ਵੀ ਉਸ ਚੀਜ਼ ਨੂੰ ਕਹਿਣਾ ਕਿ ਪਹਿਲਾਂ ਬਾਰਡਰ ਜਿਹੜਾ ਉਹਨੂੰ ਸੀਲ ਕਰੋ, ਪਾਕਿਸਤਾਨ ਦੀ ਜਿਹੜੀ ਨਾਪਾਕ ਕੋਸ਼ਿਸ਼ ਆ ਉਹਨੂੰ ਰੋਕੋ। ਪੰਜਾਬੀਆਂ ਦੇ ਉੱਤੇ ਉਂਗਲ ਖੜੀ ਕਰਨ ਦਾ ਉਹਨੂੰ ਕੋਈ ਰਾਈਟ ਨਹੀਂਗਾ ਗਵਰਨਮੈਂਟ ਆਫ ਇੰਡੀਆ ਨੂੰ। ਇਹਨਾਂ ਬਣਾਈ ਸੀ ਪੱਟੀ ਇੰਦਰਾ ਗਾਂਧੀ ਨੇ। ਮੈਂ ਮੋਦੀ ਸਾਹਿਬ ਨੂੰ ਕਹਿਣਾ ਚਾਹੁੰਦਾ, ਮੋਦੀ ਸਾਹਿਬ ਜੇ ਗੱਲਾਂ ਕਰਨੀਆਂ ਨੇ ਤੇ ਆਓ ਪੰਜਾਬ ਦੀ ਸੇਵਾ ਕਰੋ। ਜੇ ਇੰਦਰਾ ਗਾਂਧੀ ਨੇ 1971 ਦੀ ਜੰਗ 'ਚ ਇੱਕ ਪੱਟੀ ਬਣਾਈ ਸੀ 16 ਕਿਲੋਮੀਟਰ ਦੀ, ਤੇ ਉੱਥੇ 2 ਸਾਲ ਤੱਕ, ਆ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਣਾ, 2 ਸਾਲ ਤੱਕ ਉਹਨਾਂ ਨੂੰ ਰਿਹੈਬਿਲਿਟੇਟ ਕੀਤਾ ਸੀ। 2 ਸਾਲ ਤੱਕ ਖਰਚਾ ਦਿੰਦੀ ਰਹੀ ਸੀ ਇੰਦਰਾ ਗਾਂਧੀ। ਇੰਦਰਾ ਗਾਂਧੀ ਉਹਨੇ ਇਹ ਵੀ ਕੀਤਾ ਸੀ ਕਿ ਜਿਹੜੇ ਮੁਲਾਜ਼ਮ ਆਉਣਗੇ 16 ਕਿਲੋਮੀਟਰ ਉਹਨਾਂ ਨੂੰ A ਕਲਾਸ ਸਿਟੀ ਦਾ ਜਿਹੜਾ ਅਲਾਉਂਸ ਦਿੱਤਾ ਜਾਏਗਾ। ਤੇ ਇਹਨੇ ਤੇ ਆਉਂਦੇ ਹੀ ਮੋਦੀ ਨੇ ਪਹਿਲਾਂ ਇਹ ਕੰਮ ਕੀਤਾ। ਜਿਹੜੀ ਬਾਰਡਰ ਏਰੀਆ ਡਿਵੈਲਪਮੈਂਟ ਪ੍ਰੋਗਰਾਮ ਸੀਗਾ ਸਾਡਾ, BADP ਜਿਹਨੂੰ ਕਹਿੰਦੇ ਆ, ਉਹ 100% ਡਾਕਟਰ ਮਨਮੋਹਨ ਸਿੰਘ ਹੋਣੀ ਭੇਜਦੇ ਸੀ। ਮੋਦੀ ਨੇ ਸਭ ਤੋਂ ਪਹਿਲਾਂ ਆਣ ਕੇ ਕੀਤਾ 60-40 ਦੀ ਰੇਸ਼ੋ ਕੀਤੀ। ਪਹਿਲਾਂ ਉਹੋ ਹੀ ਸਾਡਾ ਪੂਰਾ ਕਰ ਦੇਵੇ। ਬਾਰਡਰ ਜਿਹੜਾ ਇੰਟਰਨੈਸ਼ਨਲ ਬਾਰਡਰ ਆ, ਇਹਦੇ ਤੇ ਧਿਆਨ ਦੇਵੋ। ਜੇ ਲੜਾਈ ਲੱਗਦੀ ਹੈ, ਸਭ ਤੋਂ ਵੱਧ ਜੇ ਲੜਾਈ ਲੱਗਦੀ ਹੈ ਤੇ ਪਾਕਿਸਤਾਨ ਜਦੋਂ ਪੈਂਦਾ ਉਦੋਂ ਪੰਜਾਬ ਦੇ ਵਿੱਚ ਸਭ ਤੋਂ ਵੱਧ ਲੜਾਈ ਲੱਗਦੀ ਆ। ਇਹ ਬਾਰਡਰ ਸਭ ਤੋਂ ਜ਼ਿਆਦਾ ਔਖੇ ਹੁੰਦੇ ਨੇ। ਤੇ ਜੇ ਪੰਜਾਬ ਦਾ ਨੁਕਸਾਨ ਹੋਇਆ ਤੇ ਆਜ਼ਾਦੀ ਵੇਲੇ ਵੀ ਸਾਡਾ ਨੁਕਸਾਨ ਹੋਇਆ। ਰਾਵੀ ਦਰਿਆ ਲਾਸ਼ਾਂ ਨਾਲ ਭਰ ਗਿਆ ਸੀ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਹੋਈ। ਮੋਦੀ ਸਾਹਿਬ ਹੋਰ ਕਿਸੇ ਸੂਬੇ ਨੇ ਇਹ ਨਹੀਂ ਸੰਤਾਪ ਭੋਗਿਆ, ਅਸੀਂ ਆਪਣੇ ਤੇ ਭੋਗਿਆ। ਆਪਣੀਆਂ ਜ਼ਮੀਨਾਂ ਜਾਇਦਾਦਾਂ, ਆਪਣੇ ਘਰ ਪਾਕਿਸਤਾਨ 'ਚ ਛੱਡ ਕੇ ਆਏ ਆ। ਤੇ ਸਾਨੂੰ ਮਜਬੂਰ ਨਾ ਕਰੋ ਕਿ ਸਾਨੂੰ ਇੱਥੇ 2 ਨੰਬਰ ਦੇ ਸ਼ਹਿਰੀ ਨਾ ਬਣਾਓ। ਮੈਂ ਯਾਦ ਕਰਾਉਣਾ ਚਾਹੁੰਦਾ, ਮੋਦੀ ਸਾਹਿਬ ਪੋਰਟ ਬਲੇਅਰ ਜਾਓ, ਜਿਹਨੂੰ ਕਾਲਾ ਪਾਣੀ ਕਿਹਾ ਜਾਂਦਾ ਸੀ, ਉਹ ਜੇਲ੍ਹ ਨਹੀਂ, ਉਹ ਤਸੀਹਾ ਘਰ ਬਣਾਇਆ ਸੀ ਪੰਜਾਬੀਆਂ ਨੂੰ। ਤਸੀਹਾ ਇਹ ਹਿੰਦੁਸਤਾਨ ਦਾ ਇਤਿਹਾਸ ਖਤਮ ਕਰਨਾ ਚਾਹੁੰਦੇ ਨੇ। ਗੋਲੀਆਂ ਜਿੱਥੇ ਲੱਗੀਆਂ, ਜਿਸ ਖੂਹ ਦੇ ਵਿੱਚ ਲੋਕਾਂ ਨੇ ਛਾਲਾਂ ਮਾਰ ਕੇ ਆਪਣੀ ਜਾਨਾਂ ਦੇ ਦਿੱਤੀਆਂ, ਅੱਜ ਉਸ ਖੂਹ ਨੂੰ ਰੈਨੋਵੇਟ ਕਰ ਦਿੱਤਾ। ਇਹ ਤੇ ਸਾਨੂੰ ਆਪਣੇ ਖੂਹ ਤੇ ਆਪਣੀਆਂ ਚੀਜ਼ਾਂ ਰੱਖਣੀਆਂ ਚਾਹੀਦੀਆਂ ਸੀ ਕਿ ਸਾਡੇ ਨਾਲ ਅੰਗਰੇਜ਼ਾਂ ਨੇ ਆਹ ਕੀਤਾ ਤੇ ਕਰੇ, ਤੇ ਉਹ ਬੰਦਾ ਉਹ ਚੀਜ਼ਾਂ ਨੂੰ ਸੰਭਾਲ ਕੇ ਰੱਖ ਸਕਦਾ ਜਿਸ ਨੇ ਆਪ ਕੁਰਬਾਨੀਆਂ ਦਿੱਤੀਆਂ ਹੋਣ, ਜਿਸ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ ਹੋਣ, ਜਿਸ ਘਰ ਦੇ ਵਿੱਚੋਂ ਦੇਸ਼ ਭਗਤੀ ਉੱਠੀ ਹੋਏ। ਤਾਂ BJP ਦਾ ਕੋਈ ਲੀਡਰ ਉੱਥੇ ਦਾ ਮੰਤਰੀ ਖੜਾ ਹੋ ਕੇ ਦੱਸ ਦੇ, ਗਵਰਨਮੈਂਟ ਆਫ ਇੰਡੀਆ 'ਚ ਬਾਂਹ ਖੜੀ ਕਰਕੇ ਦੱਸਣ ਕਿ ਕਿਸ ਦੇ ਪਰਿਵਾਰ ਨੇ ਆਜ਼ਾਦੀ ਦੇ ਵਿੱਚ ਉੱਥੇ ਹਿੱਸਾ ਲਿਆ। ਮੈਂ ਛੋਟੀ ਜਿਹੀ ਗੱਲ ਦੱਸ ਕੇ ਬੈਠਣਾ।
मैं ननकाना साहब गया तो उस वेले कैप्टन साहब मुख मंत्री सीगे ते सोने की पालकी लैके गए, अंदर सोने की पालकी रखनी सी ननकाना साहब। तो मैं कहा जी 6 शहीद मेरे पिंड के धारवाली दे ने। तो उस वेले का उत्थे चेयरमैन सीगा अकाफ बोर्ड का, मैनूं उहदा अज तक नाम याद है, जुल्फकार अली सी लैफ्टिनेंट जनरल। कहंदा सरदार साहब जिहड़ी अंदर पालकी अज पट के तोड़ के सुट्टण लगे हो तो उत्थे सोने की लाउण लगे हो, कहंदा अपना इतिहास खत्म करके जाण लगे हो। कहंदा उस पालकी दे विच अज भी गोलियां लगियां ने उस वेले दे महंत दियां, ते कहंदा सोना ला के इतिहास खत्म करोगे। कहंदा लोग याद करनगे इत्थे गोली लगी सी ते उहनूं शहीद लक्ष्मण सिंह नूं गोली इत्थे वजी सी। ते असीं ते जलियांवाले बाग नूं भी इहो जिहा रैनोवेट करता, अपनी शहादत ही खत्म कर रहे हैं। पंजाबीओ चन्नी साहब बने ने, तुहाडे नाल जिहड़े वादे कीते असीं पूरे भी करने आ। ये नशे दे सुदागरां दी नकेल भी कसनी और कस रहे हैं। जिन्हां ने बेअदबी की उन्हां नूं भी असीं लोकां दे सामने खड़ा करना। तुसीं कहंदे हो ना कि दिन घट ने जी, इन्ने महीने रह गए, तो जे सरकारां काम करन ते आ जाण ते एक दिन भी बहुत हुंदा, एक दिन च कटहरे च खड़े कर दईदा। तगड़े होवो, लड़ाइयां लड़ियां आपां इसे जिथे आपां बैठे हाँ, इत्थे ही महाराजा रणजीत सिंह आउंदा हुंदा सी अपनी गर्मियां दे दिनां च। महाराजा रणजीत सिंह ने जिथे अफगानिस्तान च अज तक कोई झंडा नहीं चढ़ा सकिया, उत्थे हरि सिंह नलूए ने जाके महाराजा रणजीत सिंह ने अफगानिस्तान ते राज किया सी, जिथे अमरीका छड्ड के दौड़ गया। पंजाबी कदी पिठ दे के नहीं दौड़ते, पंजाबी हमेशा ही अपनी छाती डा के लड़ाइयां लड़ते हैं। आपां जिहड़ा कोई कहंदा, मैं ये नहीं कहंदा दिल्ली मॉडल, जिहड़ा मॉडल चन्नी साहब जिहड़े तुसीं फैसले कर दिते ने, दिल्ली दुल्ली मॉडल ते रह गया, पानी च रहेगा, उत्थे किते रुड़ गया। इन्हां चीज़ां नूं इंप्लीमेंट भी कर दिता तुसीं। बिजली दे बिल जिहड़े सी, जिहड़े डिफाल्टर सीगे उन्हां ने खत्म कीते। वाकई तुहाडा धन्नवाद करदा कि वो लोगों ने बहुत एप्रीशिएट किया कि जिन्हां बंदियां दे बिजली दे डिफाल्टर सीगे उन्हां दे बिल माफ, ते नाल ही जिन्हां दे कनैक्शन कट दिते उन्हां दे कनैक्शन जिहड़े दिते ने। वाकई जदों जाईदा सी वो 10-15 घर जरूर साडे खड़े हो जाते सी। ते ये की कहंदा केजरीवाल, कहंदा जी मैं दिल्ली मॉडल लैके आऊँगा, मैं जिहड़ी हॉस्पिटलों दी आ, ते मैं पुछना चाहुंदा कि तेरे कोल ते करोना च ते असीं ठीक करते रहे हाँ, सारा दिल्ली का मरीज तो करोना का पंजाब च आया, उदों तो कुछ कर नहीं सके। तो इस करके जिहड़े झूठ ते वधिया लैक्चर करते वो लैक्चर ना सुनो। अपना पंजाब प्रकाश सिंह बादल ने 25 साल राज करके ते अज जो कोई गल करदा ते वाकई बड़ा अफसोस हुंदा। एरकां दे सैशन च मैं लैके आउणा कि सरदार बादल साहब ने कैद कितनी कट्टी है भी तुहानूं मैं दस देना। जिहड़े पुराने कहते ने अकाली दल दसदा बादल की कुर्बानी बड़ी है, तुहानूं पता लग जू वड्डे बादल साहब ने कितनी कैद कट्टी है। वो जिहड़ा गुरु नूं लुट के खा गया तो तुहानूं सानूं क्यों नहीं लुटेगा। तगड़े होवो, इन्हां ठग्गां कोलों पंजाब बचाउणा आपां सारे रल के। मैं अरुणा जी इत्थे जो छोटे होईदा सी तुहाडे इत्थे आईदा सी, तो वाकई चौधरी जयमणी जी वर्गा ते चौधरी सुंदर सिंह ते रंधावा साहब तिन्हां दा पक्का जराना हुंदा सी। तिन्ने ही इकट्ठे रहिंदे हुंदे सी। जे MLA सीगे ते तिन्हां ने बस च इकट्ठे बैठ के इन्हां गुरदासपुरों बैठना ते रंधावा साहब ने बटाले तो बैठना, तिन्ने इकट्ठे जाते रहे। तो जे रंधावा साहब मिनिस्टर बने तो तिन्ने ही इक्को गड्डी चो चंडीगढ़ों भी आना तो इत्थों भी उत्थे जाना। तो अज चन्नी साहब असी फिर अज जो बैठे हाँ तुहाडे नाल, ते मैं अपने आप को बड़ा मान महसूस किया कि साडे बजुर्गों की वो याद फिर सानू ताज़ा हुई। जिहड़े परिवार जिन्हां कुर्बानियां कीतियां जां जिन्हां दे विच अपने इलाके की सेवा करने का जज्बा हुंदा, ते मेरी भैन च मेरे नालों भी ज़्यादा, और जिहड़े स्टैंड ते ये परिवार खलो गया कभी पिछे नहीं हटिया। और सब तो वड्डी गल आ कि अज किसी नूं टिकट MC दी ना दईए तो पार्टी छड्ड जांदा,
ਤੇ ਚੌਧਰੀ ਸਾਹਿਬ ਨੂੰ ਕਾਂਗਰਸ ਦੇ ਐਮਐਲਏ ਦੀ ਸਿਟਿੰਗ ਐਮਐਲਏ ਨੂੰ ਟਿਕਟ ਨਹੀਂ ਸੀ ਮਿਲੀ। ਇਹਨਾਂ ਨੇ ਚੁੱਪ ਕਰਕੇ ਕਹਿੰਦੇ ਮੈਂ ਕਾਂਗਰਸੀ ਹਾਂ, ਮੈਂ ਐਮਐਲਏ ਨਹੀਂ। ਤੇ ਚੌਧਰੀ ਸਾਹਿਬ ਉਸੇ ਹੀ ਕਾਂਗਰਸ ਦੇ ਵਿੱਚ ਰਹੇ। ਤੇ ਅੱਜ ਉਸ ਚੀਜ਼ ਦਾ ਜਿਹੜਾ ਅਸ਼ੋਕ ਜੀ ਉਹਨਾਂ ਦੀ ਜਿਹੜੀ ਕੁਰਬਾਨੀ ਅੱਜ ਮੇਰੀ ਭੈਣ ਚੌਧਰੀ ਜੈਮੁਨੀ ਕਰਕੇ ਮਿਨਿਸਟਰ ਬਣ ਕੇ ਬੈਠੀ ਆ। ਤੇ ਜੇ ਕਿਤੇ ਉਸ ਵੇਲੇ ਚੌਧਰੀ ਸਾਹਿਬ ਪਾਰਟੀ ਛੱਡ ਦਿੰਦੇ ਤੇ ਆਪਾਂ ਕਿਤੇ ਮੂੰਹ ਦੇਣ ਜੋਗੇ ਨਹੀਂ ਸੀ ਰਹਿਣਾ। ਸੋ ਭਰਾਓ ਤੁਹਾਨੂੰ ਮੈਂ ਬੇਨਤੀ ਕਰਾਂ, ਇਹ ਕਾਂਗਰਸ ਪਾਰਟੀ ਆ ਜਿਹੜੀ ਵਰਕਰ ਦਾ ਤੇ ਲੀਡਰ ਦਾ ਧਿਆਨ ਰੱਖਦੀ ਆ। ਹਮੇਸ਼ਾ ਹੀ ਉਹ ਜਿਹੜੇ ਨੇ ਖਦਾ ਖਾਂਦੇ ਨੇ ਜਿਹੜੇ ਆਪਣਾ ਪਰਿਵਾਰ ਭੁੱਲ ਜਾਂਦੇ ਨੇ। ਮੈਂ ਅਰੁਣਾ ਜੀ ਵੱਲੋਂ ਖਾਸ ਕਰਕੇ ਤੁਸੀਂ ਜਿਹੜੇ ਬੈਠੋ, ਮੇਰੇ ਸਾਰੇ ਪੁਰਾਣੇ, ਮੇਰੇ ਖਿਆਲ ਕੋਈ ਤੀਜੀ ਪੀੜ੍ਹੀ, ਕੋਈ ਦੂਜੀ, ਕੋਈ ਚੌਥੀ ਵੀ ਚੱਲ ਪਈ ਆ ਤੇ ਕਈਆਂ ਦੀ ਪੰਜਵੀਂ ਵੀ ਚੱਲ ਪਈ ਜੇ, ਗਾਂ 5-5 7-7 ਸਾਲ ਦੇ ਪੋਤਰੇ ਵੀ ਆ ਗਏ ਨੇ। ਕਿ ਤੁਹਾਡਾ ਅਸੀਂ ਦੋਵੇਂ ਪਰਿਵਾਰ ਕਦੀ ਨਹੀਂ ਦੇਣ ਦੇ ਸਕਦੇ ਜੋ ਤੁਸੀਂ ਲੋਕਾਂ ਨੇ ਸਾਥ ਦਿੱਤਾ, ਜੋ ਤੁਸੀਂ ਚੌਧਰੀ ਸਾਹਿਬ ਦੇ ਪਰਿਵਾਰ ਨੂੰ ਇੱਥੇ ਪਿਆਰ ਦਿੱਤਾ। ਇਹ ਬਹੁਤ ਵੱਡੀ ਗੱਲ ਹੈ, ਬਹੁਤ ਘੱਟ ਲੀਡਰਾਂ ਨੂੰ ਮਿਲਦਾ। ਮੈਂ ਚੰਨੀ ਸਾਹਿਬ ਤੁਹਾਡਾ ਇੱਥੇ ਪਹਿਲੀ ਵਾਰ ਸਾਡੇ ਜ਼ਿਲ੍ਹੇ 'ਤੇ ਆਉਣ 'ਤੇ ਆਉਂਦੇ ਤਾਂ ਤੁਸੀਂ ਪਹਿਲਾਂ ਵੀ ਰਹੇ ਹੋ, ਮੁੱਖ ਮੰਤਰੀ ਬਣ ਕੇ ਤੁਸੀਂ ਪਹਿਲੀ ਵਾਰ ਆਏ ਹੋ। ਔਰ ਮੈਂ ਤਹਿ ਦਿਲੋਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਔਰ ਆਸ ਕਰਦਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਚੱਲੇ ਹੋ, ਤੇ ਮੈਂ ਵੀ ਤੁਹਾਨੂੰ ਕਈ ਵਾਰੀ ਕਿਹਾ ਕਿ ਥੋੜ੍ਹਾ ਜਿਹਾ ਆਰਾਮ ਕਰ ਲਿਆ ਕਰੋ, ਤੇ ਜਿਸ ਤਰੀਕੇ ਨਾਲ ਚੱਲੇ ਆ ਤੇ ਪੰਜਾਬ ਨੂੰ ਆਪਾਂ ਤਰੱਕੀ ਦੀ ਬੁਲੰਦੀਆਂ ਤੇ ਲੈ ਕੇ ਜਾਵਾਂਗੇ। ਬਹੁਤ ਬਹੁਤ ਤੁਹਾਡਾ ਧੰਨਵਾਦ। ਜੈ ਹਿੰਦ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ।